Good morning students. Today we are going to discuss about subsistence farming. It means subsistence farming ਉਹ ਹੁੰਦੀ ਹੈ ਜਿਹਦੇ ਵਿੱਚ ਕਿਸਾਨ ਸਿਰਫ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਹੀ ਖੇਤੀ ਕਰਦਾ ਵਾ. Subsistence farming is practiced to meet the needs of farmers family. ਇਸ ਖੇਤੀ ਦੇ ਵਿੱਚ ਇੱਕ ਕਿਸਾਨ ਸਿਰਫ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਹੀ ਪੂਰਾ ਕਰਦਾ ਵਾ. Low levels too of technology and household labor are used to produce a small output. ਹੁਣ ਇਸ ਖੇਤੀ ਦੇ ਵਿੱਚ ਲੋ ਲੈਵਲਸ ਦੇ ਵਿੱਚ ਜਿਹੜੀ ਟੈਕਨੋਲੋਜੀ ਉਸ ਨੂੰ ਯੂਜ਼ ਕੀਤਾ ਜਾਂਦਾ ਵਾ, ਜਿਵੇਂ ਕਿ ਤੁਸੀਂ ਦੇਖਦੇ ਹੋ ਹਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਠੀਕ ਆ. ਔਰ ਉਸ ਤੋਂ ਬਾਅਦ ਜਿਹੜੀ ਪ੍ਰੋਡਿਊਸਿੰਗ ਵਾਸਤੇ ਸਮਾਲ ਆਊਟਪੁੱਟ ਵਾਸਤੇ ਸਿਰਫ ਹਾਊਸ ਹੋਲਡ ਜਿਹੜੀ ਲੇਬਰ ਵਾ ਉਸ ਨੂੰ ਯੂਜ਼ ਕੀਤਾ ਜਾਂਦਾ ਹੈ. Subsistence farming can be further classified as intensive subsistence, primitive subsistence farming. ਹੁਣ ਜਿਹੜੀ ਇਹ ਇੰਟੈਂਸਿਵ ਸਬਸਿਸਟੈਂਸ ਫਾਰਮਿੰਗ ਸੀ, ਇਸ ਨੂੰ ਅਸੀਂ ਕਹਿ ਸਕਦੇ ਹਾਂ ਵਿਸਤ੍ਰਿਤ ਜਾਂ ਫਿਰ ਪਹਿਲੇ ਸਮੇਂ ਦੀ ਉਪਜੀਵਿਕਾ. ਪ੍ਰੀਮੇਟਿਵ ਮੀਨਜ਼ ਬੁਨਿਆਦੀ ਜਾਂ ਸਿੱਧੇ ਸਾਦੇ ਤਰੀਕੇ ਦੇ ਨਾਲ ਜਿਹੜੀ ਖੇਤੀ ਕੀਤੀ ਜਾਂਦੀ ਸੀ. Next, intensive subsistence. The farmer cultivates a small plot of land using simple tools and more labor. More than one crop is grown annually on the same plot as the climate is favorable and the soil is fertile. ਸਾਲਾਨਾ ਸੇਮ ਹੀ ਪਲਾਟ ਦੇ ਵਿੱਚ ਵਨ ਕ੍ਰੌਪ ਉਗਾਈ ਜਾਂਦੀ ਹੈ, ਜਿਸ ਦੇ ਵਿੱਚ ਜਲਵਾਯੂ ਫਸਲ ਦੇ ਫੇਵਰੇਬਲ ਹੁੰਦਾ ਹੈ ਅਤੇ ਜਿਹੜੀ ਸੋਇਲ ਵਾ ਉਹ ਕੀ ਆ, ਉਪਜਾਊ ਹੁੰਦੀ ਹੈ. ਰਾਈਸ ਇਜ਼ ਦਾ ਮੇਨ ਕ੍ਰੌਪ. ਅਦਰ ਕ੍ਰੌਪਸ ਇਨਕਲੂਡ ਵੀਟ, ਮੇਜ਼, ਪਲਸਿਸ ਐਂਡ ਆਇਲ ਸੀਡਸ. ਹੁਣ ਜਿਹੜੀਆਂ ਮੇਨ ਕ੍ਰੌਪਸ ਵਾ ਉਹ ਕਿਹੜੀਆਂ ਵਾ? ਵੀਟ, ਮੇਜ਼, ਪਲਸਿਸ ਐਂਡ ਆਇਲ ਸੀਡਸ. ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ is prevalent in thickly populated areas of the monsoon region of South, Southeast and East Asia. ਹੁਣ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਬਿਲਕੁਲ ਪ੍ਰਚਲਿਤ ਵਾ ਕਿੱਥੇ? ਥਿਕਲੀ ਪੋਪੂਲੇਟਡ ਏਰੀਆ ਦੇ ਵਿੱਚ. ਜਿਹੜੇ ਮਾਨਸੂਨ ਰੀਜਨ ਕਿੱਥੇ ਆ? ਸਾਊਥ ਈਸਟ ਐਂਡ ਈਸਟ ਏਸ਼ੀਆ ਦੇ ਵਿੱਚ. ਨੈਕਸਟ ਵੀ ਆਰ ਡਿਸਕਸਡ ਅਬਾਊਟ ਪ੍ਰੀਮੇਟਿਵ ਸਬਸਿਸਟੈਂਸ ਫਾਰਮਿੰਗ, which include shifting cultivation. You know very well about shifting cultivation. We have read about it of the previous lesson. Nomadic herding. ਉਹ ਲੋਕ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਕੇ ਆਪਣੇ ਪਸ਼ੂਆਂ ਨੂੰ ਚਰਾਉਂਦੇ ਹਨ, ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਟੱਪਰੀ ਵਾਸ ਕਹਿੰਦੇ ਹਾਂ. Next, shifting cultivation. Shifting cultivation is practiced in the thickly forested areas of Amazon basin, tropical Africa, parts of Southeast Asia and Northeast India. Shifting cultivation ਕਿੱਥੇ ਹੁੰਦੀ ਆ? thickly forested area ਦੇ ਵਿੱਚ. For example, Amazon basin, tropical Africa, parts of Southeast Asia and Northeast India. Next, it receives heavy rainfall and this helps in the quickly generation of vegetation. ਹੁਣ ਹੈਵੀ ਰੇਨਫਾਲ ਜਿਹੜੀ ਹੈ ਇੱਥੇ ਰਿਸੀਵ ਕੀਤੀ ਜਾਂਦੀ ਹੈ ਅਤੇ ਕਿਸ ਚੀਜ਼ ਵਿੱਚ ਹੈਲਪ ਕਰਦੀ ਹੈ? ਇਹ ਕੁਇਕ ਜਨਰੇਸ਼ਨ ਆਫ ਵੈਜੀਟੇਸ਼ਨ ਦੀ ਜਿਹੜੀ ਜਨਰੇਸ਼ਨ ਵਾ ਉਹਦੇ ਵਾਸਤੇ ਹੈਲਪ ਕਰਦੀ ਆ. ਹਾਊ ਸ਼ਿਫਟਿੰਗ ਕਲਟੀਵੇਸ਼ਨ ਇਜ਼ ਡਨ. ਹੁਣ ਜਿਹੜੀ ਸ਼ਿਫਟਿੰਗ ਕਲਟੀਵੇਸ਼ਨ ਆ ਕਿਵੇਂ ਸਾਡੇ ਵਾਸਤੇ ਡਨ ਆ? A plot of land is cleared by felling the trees and burning them. ਜਿਹੜੀ ਪਲਾਟਾਂ ਦੇ ਵਿੱਚ ਜ਼ਮੀਨ ਆ ਉਸ ਨੂੰ ਕਲੀਅਰ ਕਰਨ ਵਾਸਤੇ ਦਰਖਤਾਂ ਨੂੰ ਕੱਟ ਕੇ ਉਹਨਾਂ ਨੂੰ ਜਲਾ ਦਿੱਤਾ ਜਾਂਦਾ ਹੈ. The ashes are then mixed with the soil. ਹੁਣ ਜਿਹੜੀ ਉਹਨਾਂ ਦੀ ਸਵਾਹ ਵਾ ਉਸ ਨੂੰ ਸੋਇਲ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ ਵਾ. And crops like maize, jam, potatoes and cassava are grown. ਇੱਥੇ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਵਾ ਲਾਈਕ ਮੈਜ਼, ਯਾਮ, ਪਟਾਟੋਜ਼ ਐਂਡ ਕਾਸਵਾ ਆਰ ਗਰੋਨ. ਆਫਟਰ ਦ ਸੋਇਲ ਲੂਜ਼ਿਜ਼ ਇਟ ਇਜ਼ ਫਰਟੈਲਿਟੀ. ਜਦੋਂ ਸੋਇਲ ਆਪਣੀ ਫਰਟੈਲਿਟੀ ਨੂੰ ਗਵਾ ਦਿੰਦੀ ਹੈ
The land is abandoned and the cultivator moves to a new plot. ਜਿਹੜੀ ਉਹ ਜ਼ਮੀਨ ਵਾ ਉਸ ਨੂੰ ਛੱਡ ਦਿੱਤਾ ਜਾਂਦਾ ਵਾ ਅਤੇ ਜਿਹੜੇ ਕਲਟੀਵੇਟਰ ਵਾ ਨਿਊ ਪਲਾਟਸ ਵੱਲ ਮੂਵ ਕਰ ਜਾਂਦੇ ਆ। ਸ਼ਿਫਟਿੰਗ ਕਲਟੀਵੇਸ਼ਨ ਇਜ਼ ਆਲਸੋ ਨੋਨ ਐਜ਼ ਅ ਸਲੈਸ਼ ਐਂਡ ਬਰਨ। ਹੁਣ ਇਸ ਤਰ੍ਹਾਂ ਦੀ ਕਲਟੀਵੇਸ਼ਨ ਨੂੰ ਕਿਸ ਚੀਜ਼ ਦੇ ਨਾਂ ਨਾਲ ਜਾਣਿਆ ਜਾਂਦਾ ਵਾ? ਸਲੈਸ਼ ਅਤੇ ਬਰਨ, ਜਿਸ ਦਾ ਮਤਲਬ ਹੈ ਕੱਟਣਾ ਅਤੇ ਜਲਾਉਣਾ। Shifting cultivation usually starts with cutting trees and a fire which clears a spot for crop production. Crop production ਵਾਸਤੇ ਜਿਹੜੀ shifting cultivation ਆ ਆਮ ਤੌਰ 'ਤੇ ਜਿਹੜੇ ਦਰਖਤ ਵਾ ਉਹਨਾਂ ਨੂੰ ਕੱਟਿਆ ਜਾਂਦਾ ਸੀ, ਠੀਕ ਆ, ਅਤੇ ਇਹਦੇ ਵਾਸਤੇ ਜਿਹੜੀ ਜ਼ਮੀਨ ਆ ਉਸਨੂੰ ਕਲੀਅਰ ਕੀਤਾ ਜਾਂਦਾ ਸੀ। In these case, shifting cultivation is a cycle where farmers came back to the original place after a couple of years. couple of years ਤੋਂ ਬਾਅਦ ਜਿਹੜੇ ਕਲਟੀਵੇਟਰ ਸੀ ਦੁਬਾਰਾ ਉਸ ਓਰੀਜਨਲ ਜ਼ਮੀਨ 'ਤੇ ਵਾਪਸ ਆਉਂਦੇ ਸੀ ਜਿੱਥੇ ਪਹਿਲਾਂ ਕਿ ਉਹ ਖੇਤੀ ਕਰ ਚੁੱਕੇ ਹੁੰਦੇ ਹਨ। ਨੈਕਸਟ, ਫਰਟਾਈਲ ਸੋਇਲ। ਇਹ ਜਦੋਂ ਤੁਸੀਂ ਚਾਰਟ ਦੇਖਦੇ ਪਏ ਹੋ ਇਹਦੇ ਵਿੱਚ ਸਭ ਤੋਂ ਪਹਿਲਾਂ ਫਰਟਾਈਲ ਸੋਇਲ ਆ ਜਿਹੜੀ ਕਿ ਉਪਜਾਊ ਜ਼ਮੀਨ ਆ ਜਿਸ ਦੇ ਵਿੱਚ ਫਾਰਮਿੰਗ ਕੀਤੀ ਗਈ ਹੈ। ਫਾਰਮਿੰਗ ਕਰਨ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਉਹਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ, ਇਨਫਰਟਾਈਲ ਸੋਇਲ ਬਣ ਜਾਂਦੀ ਆ। ਜਦੋਂ ਸੋਇਲ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਆ ਅਤੇ ਉਸ ਸੋਇਲ ਨੂੰ ਅਬੈਂਡਨਡ ਕਰ ਦਿੱਤਾ ਜਾਂਦਾ, ਕੁਝ ਸਮੇਂ ਲਈ ਛੱਡ ਦਿੱਤਾ ਜਾਂਦਾ ਵਾ। ਇਨਫੈਕਟ ਫੋਰੈਸਟ, ਫਿਰ ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੈਜੀਟੇਸ਼ਨ ਜਿਹੜੀ ਆ ਉਹ ਗਰੋ ਕਰਦੀ ਹੈ ਅਤੇ ਬਾਅਦ ਵਿੱਚ ਉਸ ਵੈਜੀਟੇਸ਼ਨ ਨੂੰ ਸਲੈਸ਼ ਜਾਂ ਫਿਰ ਬਰਨ ਕਰ ਦਿੱਤਾ ਜਾਂਦਾ ਵਾ। ਫਿਰ ਉਸ ਦੀ ਜਿਹੜੀ ਐਸ਼ ਵਾ ਉਸਨੂੰ ਦੁਬਾਰਾ ਜ਼ਮੀਨ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ ਵਾ ਜਿਸ ਦੇ ਨਾਲ ਜ਼ਮੀਨ ਫਿਰ ਤੋਂ ਫਰਟਾਈਲ ਸੋਇਲ ਬਣ ਜਾਂਦੀ ਹੈ। ਨੈਕਸਟ, ਨੋਮੈਡਿਕ ਹਾਰਡਿੰਗ। Nomadic herding is practiced in the semi-arid and arid region of Sahara, Central Asia and some parts of India like Rajasthan and Jammu and Kashmir. Nomadic herding ਜਿਹੜੇ ਆ ਸੈਮੀ ਐਰਿਡ ਜਿਹੜੇ ਖੁਸ਼ਕ ਬੰਜਰ ਜ਼ਮੀਨਾਂ ਵਾ ਜਾਂ ਖੁਸ਼ਕ ਇਲਾਕੇ ਵਾ ਉਹਨਾਂ ਦੇ ਵਿੱਚ ਰਹਿੰਦੇ ਆ। ਫਾਰ ਐਗਜ਼ਾਮਪਲ ਰਾਜਸਥਾਨ, ਜੰਮੂ ਐਂਡ ਕਸ਼ਮੀਰ। The nomadic farming. Herdsmen move from place to place with their animals for fodder and water. In nomadic farming ਦੇ ਵਿੱਚ ਜਿਹੜੇ herdsmen ਵਾ ਪਸ਼ੂਆਂ ਨੂੰ ਚਰਾਉਣ ਵਾਲੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਵੇ ਆਪਣੇ ਪਸ਼ੂਆਂ ਦੇ ਨਾਲ ਕਿਸ ਚੀਜ਼ ਵਾਸਤੇ? ਉਹਨਾਂ ਦੇ ਚਾਰੇ ਲਈ ਅਤੇ ਪਾਣੀ ਲਈ। Along are definite routes, ਬਹੁਤ ਲੰਬੇ ਲੰਬੇ ਰੂਟਸ 'ਤੇ ਚੱਲਦੇ ਆ। The nomads move from place to place due to restraints of the climate and land. ਹੁਣ ਜਿਹੜੇ ਨੋਮੈਡਸ ਵਾ ਉਹਨਾਂ ਦੇ ਪਲੇਸ ਟੂ ਪਲੇਸ ਜਾਣ ਦਾ ਡਿਊ ਟੂ ਰੈਸਟਰੇਂਟਸ, ਇਟ ਮੀਨਸ ਕਿ ਜਿਹੜੇ ਕਲਾਈਮੇਟ ਉੱਥੋਂ ਦਾ ਜਿਹੜਾ ਜਲਵਾਯੂ ਵਾ ਜ਼ਮੀਨ ਵਾ ਉਸ ਉੱਤੇ ਮਨਾਹੀ ਹੋਣ ਕਾਰਨ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹਨ। ਸ਼ੀਪ, ਕੈਮਲ, yak and goats are a most commonly reared by the nomadics. These animals provide milk, meat, wool, hides and other products to the herders and their families. Sheep, camel, jack, goats commonly reared ਜਾਂ ਕਿਹਨਾਂ ਦੁਆਰਾ? nomadics। ਕੁਝ ਐਨੀਮਲਸ ਕੀ ਪ੍ਰੋਵਾਈਡ ਕਰਦੇ ਆ? ਮਿਲਕ, ਮੀਟ, ਵੂਲ। ਔਰ ਇਹਨਾਂ ਦੇ ਵਿੱਚੋਂ ਕੁਛ ਅਜਿਹੇ ਐਨੀਮਲਸ ਵੀ ਹਨ ਜਿਹੜੇ ਪ੍ਰੋਡਕਟ ਦਿੰਦੇ ਹਨ ਹਾਰਡਜ਼ਰ ਦੇਅਰ ਫੈਮਲੀਜ਼, ਉਹਨਾਂ ਦੀ ਫੈਮਲੀਜ਼ ਨੂੰ ਅਤੇ ਹਾਰਡਰਸ ਨੂੰ। ਨੈਕਸਟ, ਇਨ ਦਾ ਡਰਾਇਰ ਪਾਰਟਸ ਆਫ ਏਸ਼ੀਆ ਸਪੈਸ਼ਲੀ ਸਾਊਥ ਈਸਟ ਏਸ਼ੀਆ ਮੋਸਟ ਰੂਰਲ people make a living by raising livestock. Many are nomadics who move with their herds of animals over large territories, constantly seeking good supplies of grass and water. ਹੁਣ ਇਹਨਾਂ ਵਿੱਚੋਂ ਜਿਹੜੇ ਕੁਛ ਨੋਮੈਡਿਕਸ ਵਾ ਉਹ ਕਿਸ ਚੀਜ਼ ਦੀ ਸਪਲਾਈ ਦੀ ਭਾਲ ਵਿੱਚ ਰਹਿੰਦੇ ਆ? ਲਗਾਤਾਰ ਗ੍ਰਾਸ ਅਤੇ ਵਾਟਰ। The people living simply and carry their
tents and belonging with them। ਹੁਣ ਇਹਨਾਂ ਲੋਕਾਂ ਦਾ ਰਹਿਣ ਸਹਿਣ ਬਹੁਤ ਜ਼ਿਆਦਾ ਸਿੰਪਲ ਹੁੰਦਾ ਹੈ ਔਰ ਇਹਨਾਂ ਦੇ ਘਰ ਟੈਂਟ ਦੇ ਬਣੇ ਹੁੰਦੇ ਹਨ। ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਦੇ ਹਨ ਤੇ ਆਪਣੇ ਟੈਂਟ ਨੂੰ ਨਾਲ ਹੀ ਕੈਰੀ ਕਰਦੇ ਹਨ। ਦੇ ਰੇਅਰ ਐਨੀਮਲਸ ਸੱਚ ਐਜ਼ ਗੋਟਸ, ਸ਼ੀਪ, ਕੈਮਲਸ ਐਂਡ ਯਾਕਸ। ਹੁਣ ਇਹਨਾਂ ਦੇ ਜਿਹੜੇ ਐਨੀਮਲਸ ਹਨ ਜਿਨ੍ਹਾਂ ਨੂੰ ਪਾਲਦੇ ਹਨ ਕਿਹੜੇ ਕਿਹੜੇ ਹਨ? ਗੋਟਸ, ਸ਼ੀਪ, ਕੈਮਲਸ ਐਂਡ ਜਾਕਸ।